ਸੈਂਟਰ ਸਰਕਾਰ ਵੱਲੋਂ ਜਿਹੜੇ 3 ਬਿੱਲ ਪਾਸ ਕੀਤੇ ਗਏ ਸੀ ਜੀ, ਉਹਦੇ ਵਿਰੋਧ 'ਚ ਲਗਾਤਾਰ ਸੰਘਰਸ਼ ਹੋ ਰਿਹਾ ਜੀ। ਲਗਾਤਾਰ ਸੰਘਰਸ਼ ਕਰ ਰਹੇ ਨੇ ਕਿਸਾਨ ਭਰਾ ਸਾਡੇ, ਔਰ ਅਸੀਂ ਕਿਸਾਨ ਵਿਰੋਧੀ ਬਿੱਲ ਵੀ ਕਹਿ ਸਕਦੇ ਹਾਂ। ਅੱਜ ਸਾਡੇ ਨਾਲ ਨੇ ਮੈਡਮ, ਨੈਸ਼ਨਲ ਸੈਕਟਰੀ ਆਲ ਇੰਡੀਆ ਯੂਥ ਕਾਂਗਰਸ ਤੋਂ ਨੇ, ਔਰ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਜਿਹੜੇ ਬਿੱਲ ਪਾਸ ਕੀਤੇ ਗਏ ਆ ਕਿਉਂ ਨਹੀਂ ਸੈਂਟਰ ਸਰਕਾਰ ਮੰਨਦੀ ਵੀ, ਕੀ ਵਜ੍ਹਾ ਕੀ ਹੈ ਜੀ। ਕਿਉਂਕਿ ਅੱਜ ਲਗਾਤਾਰ ਦੇਖਿਆ ਜਾਵੇ ਤਾਂ 40 ਤੋਂ 45 ਦਿਨ ਮੇਰੇ ਸਾਲ ਬੀਤ ਚੁੱਕੇ ਨੇ, ਪਰ ਅੱਜ ਤੱਕ ਜਿਹੜੇ ਆ ਸੈਂਟਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਿਰਕੀ। ਮੈਡਮ, ਕੀ ਵਜ੍ਹਾ ਕੀ ਹੈ, ਕਿਉਂ ਨਹੀਂ ਸਰਕਾਰ ਜਿਹੜੀ ਮੰਨਦੀ ਪਈ ਜੀ? ਸਰਕਾਰਾਂ ਹਮੇਸ਼ਾ ਕਿਸਾਨਾਂ ਦੇ ਵਿਰੁੱਧ 'ਚ ਰਹੀ ਹੈ ਜੀ, ਜੋ ਬੀਜੇਪੀ ਜੋ ਸਾਡੀ ਸੈਂਟਰ 'ਚ ਸਰਕਾਰ ਚੱਲ ਰਹੀ ਹੈ। ਔਰ ਇਹ ਜਿਹੜਾ ਨਾ ਮੰਨਣ ਦਾ ਕਾਰਨ ਹੈ, ਇਹ ਅੜੀਅਲਬਾਜ਼ੀ ਹੈ। ਮੈਂ ਇਸ ਹੱਕ ਦੇ ਵਿੱਚ ਨਹੀਂ ਹੈ ਕਿ ਵੀ ਉਹ ਇਸ ਚੀਜ਼ ਨੂੰ ਅੜੀਅਲ ਜਾਂ ਈਗੋ ਸਮਝ ਕੇ ਬੈਠ। ਉਹ ਵੀ ਕਿਤੇ ਨਾ ਕਿਤੇ, ਜੇ ਉਹਨਾਂ ਦੇ ਕੋਈ ਆਪਣੇ ਐਮਪੀਜ਼ ਹੋਣਗੇ, ਐਮਐਲਏਜ਼ ਹੋਣਗੇ, ਉਹ ਵੀ ਕਿਸੇ ਨਾ ਕਿਸੇ ਕਿਸਾਨ ਦੇ ਪੁੱਤ ਹੋਣਗੇ ਜਾਂ ਆਪ ਕਿਸਾਨੀ ਕਰਦੇ ਹੋਣਗੇ। ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਇਹ ਚਾਹੁੰਦੀ ਹਾਂ ਕਿ ਵੀ ਸਰਕਾਰ ਇਸ ਫੈਸਲੇ ਨੂੰ ਜਲਦੀ ਤੋਂ ਜਲਦੀ ਲੈਣ, ਕਿਉਂਕਿ ਸਾਡੇ ਕਿਸਾਨ ਉੱਥੇ ਕਾਫੀ ਸ਼ਹੀਦ ਵੀ ਹੋ ਗਏ ਨੇ ਔਰ ਕਾਫੀ ਲੋਕੀ ਜਿਹੜੇ ਬਜ਼ੁਰਗਾਂ ਮਾਵਾਂ ਨੇ ਆਪਣੀ ਫੈਮਿਲੀਜ਼ ਲੈ ਕੇ ਗਈਆਂ ਨੇ, ਉਹ ਵੀ ਕਾਫੀ ਚਿੰਤਿਤ ਵਿਸ਼ੇ ਬਣਿਆ ਹੋਇਆ। ਬਹੁਤ ਔਖਾ ਟਾਈਮ ਹੈ ਜੀ ਕੱਢਣਾ। ਵੱਡੀ ਗਿਣਤੀ ਮੈਡਮ ਡੈਥ ਕੇਸ ਦੇ ਦਿਖ ਰਹੀ ਹੈ, ਵੱਡੀ ਗਿਣਤੀ ਸਾਹਮਣੇ ਆ ਰਹੀ ਹੈ। ਵੱਡੀ ਗਿਣਤੀ 'ਚ ਜੀ ਬਹੁਤ ਜ਼ਿਆਦਾ ਗਿਣਤੀ, ਤਕਰੀਬਨ ਕੋਈ ਕੱਲ੍ਹ ਪਰਸੋਂ ਤੱਕ ਤਾਂ 37-38 ਜਾਣੇ ਜਿਹੜੇ ਸੀਗੇ ਉਹ ਸ਼ਹੀਦ ਹੋਏ ਸੀਗੇ। ਔਰ ਮੈਂ ਆਪਣੇ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਇਹੀ ਕਹਾਂਗੀ ਕਿ ਵੀ ਇੱਕ ਭਾਣਾ ਸਮਝ ਕੇ ਇਹਨੂੰ ਅਸੈਪਟ ਕਰਨ। ਔਰ ਬੜੀ ਦੁੱਖ ਦੀ ਗੱਲ ਹੈ, ਕਿਉਂਕਿ ਉਹ ਵੀ ਸਾਡੇ ਇੱਕ ਪਰਿਵਾਰਿਕ ਜੀਅ ਨੇ। ਕਿਉਂਕਿ ਘਰ ਤੋਂ ਬੋਲਣਾ, ਛੱਤਾਂ ਥੱਲੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਆਸਾਨ ਨੇ, ਔਰ ਉੱਥੇ ਜਿਹੜਾ ਕਿਸਾਨ ਹੈ, ਮੈਂ ਆਪ ਉੱਥੇ ਲਗਾਤਾਰ ਰਹਿ ਕੇ ਆਈ ਹਾਂ, ਔਰ ਬਹੁਤ ਹੀ ਸੰਘਰਸ਼ਮਈ ਜੀਵਨ ਚੱਲ ਰਿਹਾ ਉੱਥੇ ਕਿਸਾਨੀਆਂ ਦਾ। ਔਰ ਸਾਡੇ ਲਗਾਤਾਰ ਐਮਪੀਜ਼, ਐਮਐਲਏਜ਼ ਜੰਤਰ ਮੰਤਰ ਦੇ ਉੱਤੇ ਲਗਾਤਾਰ ਧਰਨੇ 'ਤੇ ਬੈਠੇ ਨੇ। ਔਰ ਤੁਸੀਂ ਜੇ ਕਿਤੇ ਵੀਡੀਓਜ਼ 'ਤੇ ਵੇਖੋਗੇ, ਲਗਾਤਾਰ ਤੁਸੀਂ ਕਿਤੇ ਮਾੜੀ ਜੀ ਤੁਸੀਂ ਉਹਦੀ ਫਲੈਸ਼ਬੈਕ ਵੇਖੋਗੇ, ਤੁਸੀਂ ਇਹ ਚੀਜ਼ ਨੋਟਿਸ ਕਰਿਓ ਕਿ ਉੱਪਰ ਛੱਤ ਤੱਕ ਨਹੀਂ ਉੱਥੇ ਪਾਉਣ ਦੇ ਰਹੀ ਬੀਜੇਪੀ ਸਰਕਾਰ। ਔਰ ਇੰਨਾ ਬੁਰਾ ਹਾਲ ਹੈ। ਤੁਸੀਂ ਦੇਖੋ ਵੀ ਸਾਡੇ ਐਮਪੀਜ਼ ਔਰ ਐਮਐਲਏਜ਼ ਨਾਲ ਇਹ ਹਾਲ ਹੋ ਰਿਹਾ, ਤੇ ਆਮ ਕਿਸਾਨਾਂ ਨਾਲ ਕੀ ਹਾਲ ਹੋ ਰਿਹਾ। ਤੁਹਾਡੇ ਵੱਲੋਂ ਵੀ ਲਗਾਤਾਰ ਸੰਘਰਸ਼ 'ਚ ਯੋਗਦਾਨ ਪਾਇਆ ਜਾ ਰਿਹਾ। ਅਸੀਂ ਦੇਖਿਆ ਜੰਤਰ ਮੰਤਰ ਤੁਸੀਂ ਖੁਦ ਜਾ ਕੇ ਬੈਠੇ ਹੋ ਜੀ। ਜੀ ਮੈਂ ਆਪ ਵੀ ਲਗਾਤਾਰ, ਮੇਰੇ ਬਹੁਤ ਹੀ ਮੇਰੇ ਸਾਥੀ ਵੀ ਨੇ ਔਰ ਮੇਰੇ ਬਹੁਤ ਹੀ ਰਿਸਪੈਕਟਡ ਸਰਦਾਰ ਬਰਿੰਦਰਮੀਤ ਸਿੰਘ ਪਾੜਾ ਜੀ, ਮੇਰੇ ਵੱਡੇ ਭਰਾ ਕੁਲਬੀਰ ਜੀਰਾ ਜੀ, ਸਾਰੇ ਸੰਘਰਸ਼ ਤੋਂ ਐਮਐਲਏਜ਼ ਸਾਡੇ, ਕਿਉਂਕਿ ਯੂਥ 'ਚੋਂ ਨਿਕਲੇ ਆ, ਸਾਡਾ ਉਹਨਾਂ ਨਾਲ ਸਾਰਿਆਂ ਦਾ ਇੱਕ ਏਕਤਾ ਹੈ। ਔਰ ਮੈਂ ਵੇਖ ਕੇ ਆਈ ਹਾਂ ਜਿਸ ਤਰੀਕੇ ਨਾਲ ਉਹ ਸਾਰੇ ਜੂਝ ਰਹੇ ਨੇ ਉੱਥੇ, ਮੇਰੇ ਵੱਲੋਂ ਹੈਡਸ ਆਫ ਹੈ ਉਹਨਾਂ ਨੂੰ। ਔਰ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੀ ਹਾਂ ਕਿ ਜਿਹੜੇ ਕੰਮ ਲਈ ਉਹ ਬੈਠੇ ਨੇ, ਉਹ ਉੱਥੇ ਫਤਿਹ ਜ਼ਰੂਰ ਕਰਾ ਕੇ ਆਉਣ। ਪਰ ਮੈਡਮ ਦੇਖਿਆ ਜਾਵੇ ਦੂਸਰੇ ਬੰਨੇ ਬੀਜੇਪੀ ਦੇ ਅਹੁਦੇਦਾਰ ਕਹਿ ਰਹੇ ਵੀ ਇਹ ਕਾਂਗਰਸ ਦੀ ਦੇਣ ਹੈ ਜੀ, ਧਰਨੇ ਜਿਹੜੇ ਹੋ ਰਹੇ ਆ। ਨਹੀਂ, ਕਾਂਗਰਸ ਦੀ ਦੇਣ ਕਾਹਦੀ ਹੈ ਧਰਨਿਆਂ ਦੇ ਵਿੱਚ? ਤੁਸੀਂ ਇਹ ਮਾਹੌਲ ਹੀ ਨਾ ਬਣਾਉਂਦੇ। ਤੁਸੀਂ ਬਿੱਲ ਪਾਸ ਕਰਨਾ ਕਿੰਨੇ ਮਿੰਟ ਦਾ ਕੰਮ ਆ? ਇੱਕ ਪੀਐਮ ਵਾਸਤੇ ਬਿੱਲ ਪਾਸ ਕਰਨਾ ਇੱਕ 30 ਸੈਕਿੰਡਸ ਤੋਂ ਲੈ ਕੇ 1 ਮਿੰਟ ਦਾ ਕੰਮ ਹੈ। ਇੰਨੀਆਂ ਮੀਟਿੰਗਾਂ, ਜਿੰਨੇ ਕੰਮ ਕਰਨ ਦੇ, ਜਿਨ੍ਹਾਂ ਦੇ ਆਸਾਰ ਹੁੰਦੇ ਨੇ ਜਾਂ ਆਸਾਰ ਲੱਛਣ ਹੁੰਦੇ ਨੇ, ਉਹ ਕੰਮਾਂ ਨੂੰ ਡਿਲੇ ਨਹੀਂ ਕਰਦੇ। ਮੀਟਿੰਗਾਂ ਤੇ ਮੀਟਿੰਗਾਂ, ਤਰੀਕ ਤੇ ਤਰੀਕ, ਇਹ ਕੋਈ ਕੰਮ ਨਹੀਂ। ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਡਰਾਮੇਬਾਜ਼ੀ ਹੋ ਰਹੀ ਹੈ ਜੀ, ਕਾਂਗਰਸ ਡਰਾਮੇਬਾਜ਼ੀ ਕਰ ਰਹੀ ਹੈ। ਆਮ ਆਦਮੀ ਪਾਰਟੀ ਨੂੰ ਤਾਂ ਮੈਂ ਕਿਸੇ ਹਿੱਸੇ 'ਚ ਗਿਣਦੀ ਨਹੀਂ। ਉਹ ਆਪ ਢੋਲਕੀਆਂ ਛਾਣਿਆਂ ਵਾਲੀ ਪਾਰਟੀ ਹੈ। ਉਹਨੇ ਕਿਸੇ ਨੂੰ ਕੀ ਬਲੇਮ ਕਰਨਾ? ਮੈਂ ਤੇ ਉਹਨਾਂ ਨੂੰ ਕਿਸੇ ਵੀ ਹਿੱਸੇ 'ਚ ਗਿਣਦੀ ਨਹੀਂ। ਜੇ ਉਹ ਇਹ ਸੋਚਣ ਕਿ ਇਹ ਡਰਾਮੇਬਾਜ਼ੀ ਕਰ ਰਹੇ ਨੇ, ਤੇ ਉਹ ਤੇ ਆਪ ਇੱਕ ਬਹੁਤ ਵੱਡੇ ਡਰਾਮੇਬਾਜ਼ ਨੇ। ਜੇ ਦੇਖਿਆ ਜਾਵੇ ਤਾਂ ਅੱਜ ਦੀ ਡੇਟ ਵਿੱਚ ਦੇਖਿਆ ਜਾਵੇ ਤਾਂ ਕਾਂਗਰਸ ਪਾਰਟੀ ਹਿਤੈਸ਼ੀ ਹੈ, ਕਾਂਗਰਸ ਜਿਹੜੀ ਕਿਸਾਨਾਂ ਦੀ ਇਸ ਟਾਈਮ ਦੀ। ਨਹੀਂ, ਏਅਰਕਾ ਇਸ ਟਾਈਮ ਜੇ ਵੇਖਿਆ ਜਾਵੇ ਤਾਂ ਕਿਸਾਨਾਂ ਦੇ ਹਿੱਤ ਦੇ ਵਿੱਚ, ਜਿੱਦਾਂ ਕਿ ਤੁਸੀਂ ਥੋੜ੍ਹੇ ਦਿਨ ਮਹੀਨਿਆਂ, ਜਦੋਂ ਇਹ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਣ ਤੋਂ ਪਹਿਲਾਂ, ਜਦੋਂ ਸਾਡੇ ਬਹੁਤ ਹੀ ਰਿਸਪੈਕਟਡ ਸਾਡੇ ਸੀਐਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਹਾਲ ਦੇ ਵਿੱਚ ਇੰਨੀ ਗੱਲ ਕਹੀ ਸੀ ਵਿਧਾਨ ਸਭਾ ਦੇ ਵਿੱਚ ਕਿ ਵੀ ਮੈਂ ਆਪਣੀ ਕੁਰਸੀ 'ਤੇ ਵੀ ਬਹਿਣਾ ਨਹੀਂ ਇਸ ਚੀਜ਼ ਨੂੰ ਐਕਸੈਪਟ ਕਰਦਾ, ਮੈਂ ਰਿਜ਼ਾਈਨ ਦੇਵਾਂਗਾ ਕਿ ਜਦ ਤੱਕ ਜੇ ਇਹ ਕਿਸਾਨਾਂ ਦੇ ਹੱਕਾਂ ਦੇ ਵਿੱਚ ਨਾ ਇਹ ਗੱਲ। ਔਰ ਇਹ ਜੇ ਸਾਡਾ ਮੁਖੀਆ ਹੀ ਇਸ ਚੀਜ਼ ਨੂੰ ਐਕਸੈਪਟ ਕਰ ਰਿਹਾ, ਤੇ ਬਾਕੀ ਕਾਂਗਰਸੀ ਤਾਂ ਉਹਨਾਂ ਤੋਂ ਬਾਹਰ ਨਹੀਂ। ਅਸੀਂ ਕਾਂਗਰਸੀ ਹੋਣ ਦੇ ਨਾਤੇ ਵੀ ਪੂਰਾ ਬਖੂਬੀ ਤਰੀਕੇ ਦੇ ਨਾਲ ਸਰਕਾਰਾਂ ਆਪਣੇ ਕੰਮ ਔਰ ਹਰ ਤਰੀਕੇ ਨਾਲ ਆਪਣਾ ਜਿਹੜਾ ਸਿਸਟਮ ਹੈ ਉਹ ਨਿਭਾ ਰਹੀਆਂ ਨੇ। ਪਰ ਕਾਂਗਰਸ ਹੋਣ ਤੋਂ ਬਾਵਜੂਦ ਵੀ ਲੋਕੀ ਬਾਹਰ ਨਿਕਲ ਕੇ ਕਿਸਾਨਾਂ ਦੇ ਹੱਕਾਂ ਦੇ ਨਾਲ ਔਰ ਉਹਨਾਂ ਦੀਆਂ ਸਹੂਲਤਾਂ ਵਾਸਤੇ ਔਰ ਉਹਨਾਂ ਦੇ ਜਿਹੜੀਆਂ ਲੜਾਈਆਂ ਨੇ ਉਹਨਾਂ ਦੇ ਨਾਲ ਖੜੇ ਨੇ। ਤੁਹਾਡੇ ਕੋਈ ਪਾਵਰਾਂ ਮੈਡਮ, ਤੁਸੀਂ ਮੋਦੀ ਜੀ ਨਾਲ ਪਰਸਨਲ ਗੱਲਬਾਤ ਵੀ ਕਰ ਸਕਦੇ ਹੋ, ਜਿਸ ਤਰ੍ਹਾਂ ਤੁਹਾਡੇ ਐਮਪੀ ਐਮਐਲਏ ਧਰਨੇ 'ਤੇ ਬੈਠੇ ਆ।
ਜੀ ਪਾਵਰਾਂ ਹੋਣ ਦੇ ਜੇ ਸਾਡੇ ਐਮਪੀਜ਼ ਬੈਠੇ ਨੇ, ਸਾਡੇ ਸੀਐਮ ਸਾਹਿਬ ਬੈਠੇ ਨੇ, ਹੋਰ ਕਈ ਲੀਡਰਸ ਬੈਠੇ ਨੇ, ਉਹ ਉਹਨਾਂ ਦੀ ਨਹੀਂ ਸੁਣ ਰਹੇ, ਟਾਈਮ ਹੀ ਨਹੀਂ ਮਿਲ ਰਹੀ ਟਾਈਮ ਹੀ ਨਹੀਂ ਮਿਲ ਰਿਹਾ, ਉਹ ਟਾਈਮ ਦੇਣਾ ਹੀ ਨਹੀਂ ਚਾਹੁੰਦੇ। ਉਹ ਇਸ ਗੱਲ ਤੇ ਉਹ ਇਸ ਮੁੱਦੇ ਨੂੰ ਬੜਾ ਉਹਨਾਂ ਨੇ ਲਾਈਟਲੀ ਮੁੱਦਾ ਬਣਾ ਰੱਖਿਆ। ਔਰ ਇਹ ਮੁੱਦਾ ਜੇ ਇੱਦਾਂ ਹੀ ਸੰਘਰਸ਼ ਚੱਲਦਾ ਰਿਹਾ, ਇਹਦਾ ਜਿਹੜਾ ਮੋੜ ਹੈ ਇਹ ਬਹੁਤ ਹੀ ਭਿਆਨਕ ਹੋਣ ਵਾਲਾ ਹੈ। ਮੈਂ ਇਹੀ ਮੇਰੀ ਫਿਰ ਬੀਜੇਪੀ ਜਿਹੜੀ ਸਰਕਾਰ ਹੈ, ਸੈਂਟਰ ਦੀ ਸਰਕਾਰ ਹੈ, ਮੈਨੂੰ ਇਹੀ ਅਪੀਲ ਹੈ ਉਹਨਾਂ ਤੋਂ, ਫਿਰ ਤੋਂ ਮੈਂ ਬੇਨਤੀ ਕਰਦੀ ਹਾਂ ਕਿ ਵੀ ਜਿਹੜੇ ਕਾਨੂੰਨ, ਜਿਹੜੇ ਬਿੱਲ ਨੇ, ਇਹ ਜਿਹੜਾ ਇੱਕ ਅੱਧਾ ਜਿਹੜਾ ਬਿੱਲ ਰਹਿ ਚੁੱਕਿਆ ਇਹਨਾਂ ਦੇ ਵਿੱਚੋਂ, ਉਹ ਜਲਦੀ ਤੋਂ ਜਲਦੀ ਵਾਪਸ ਲੈਣ। ਪਰ ਉਹ ਹੁਣ ਕਹਿ ਰਹੇ ਵੀ ਸੰਸ਼ੋਧਨ ਕਰ ਦਿੰਦੇ ਜਾਂ ਜਿਹੜੀ ਕਮੀਆਂ ਦੂਰ ਕਰ ਦਿੰਦੇ ਆ, ਪਰ ਕਹਿ ਰਹੇ ਵੀ ਕਿਸਾਨ ਨਹੀਂ ਮੰਨਦੇ ਪਏ ਜੀ। ਤੇ ਸੰਸ਼ੋਧਨ ਤਾਂ ਉਹਨਾਂ ਨੇ ਕੀਤਾ ਹੈ, ਇੱਕ ਦੋ ਬਿੱਲਾਂ ਤੇ ਉਹਨੇ ਕੀਤਾ, ਔਰ ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਇਸ ਚੀਜ਼ ਲਈ ਕਿ ਵੀ ਇੱਕ ਦੋ ਕੀਤਾ। ਪਰ ਸਾਡੇ ਜਿਹੜੇ ਕਿਸਾਨ ਵੀਰ ਭਰਾ ਨੇ, ਉਹ ਇਹ ਚਾਹੁੰਦੇ ਨੇ ਕਿ ਆਪਾਂ ਜਿਹੜਾ ਇਹ ਬੀਜੇਪੀ ਸਰਕਾਰ ਨੇ ਜਿਹੜਾ ਇਹ ਬਿੱਲ ਜਿਹੜਾ ਲਾਗੂ ਕੀਤਾ ਆ, ਜਿਹੜਾ ਅਮੈਂਡਮੈਂਟ ਇਹਨਾਂ ਨੇ ਲਾਈ ਹੈ, ਇਹ ਪੂਰੀ ਦੀ ਪੂਰੀ ਰੱਦ ਹੋਣੀ ਚਾਹੀਦੀ ਹੈ। ਸਾਨੂੰ ਇੱਕ ਦੋ ਲੋਲੀਪੌਪਸ ਦੇ ਨਾਲ ਵੀ ਆਰ ਨਾਟ ਗੋਇੰਗ ਟੂ ਗੋ ਬੈਕ। ਸਾਨੂੰ ਇਹ ਜਿਹੜੇ ਬਿੱਲ ਨੇ ਤੇ ਇਹ ਤਿੰਨੋਂ ਦੇ ਤਿੰਨੋਂ ਬਿੱਲ ਵਾਪਸ ਹੋਣੇ ਚਾਹੀਦੇ। ਮੈਡਮ ਗੱਲ ਦੇਖੋ ਜੀ, ਅੜ ਕੇ ਤਾਂ ਹੱਲ ਨਹੀਂ ਹੈ, ਗੱਲਬਾਤ ਨਾਲ ਹੀ ਕੋਈ ਨਾ ਕੋਈ ਹੱਲ ਨਿਕਲੇਗਾ ਜੀ। ਗੱਲਾਂ ਬਾਤਾਂ ਕਿੰਨੀਆਂ ਕੁ ਹੋਰ ਕਰਨੀਆਂ। ਤੁਸੀਂ ਆਪ ਇੱਕ ਪੱਤਰਕਾਰ ਹੋ, ਤੁਸੀਂ ਆਪ ਮੀਡੀਆ ਵੇਖਦੇ ਹੋ, ਔਰ ਤੁਹਾਡੇ ਸੱਜੇ ਖੱਬੇ ਹਮੇਸ਼ਾ ਕੋਈ ਵਧੀਆ ਗੁੱਡ ਵੇਵਸ ਹੁੰਦੀਆਂ ਨੇ, ਔਰ ਉਹ ਦੱਸਦੇ ਰਹਿੰਦੇ ਨੇ ਕਿ ਔਰ ਤੁਹਾਨੂੰ ਅੱਜ ਤੱਕ ਇਹ ਪਤਾ ਹੋਣਾ ਚਾਹੀਦਾ ਵੀ ਕਿੰਨੀਆਂ ਕੁ ਮੀਟਿੰਗਾਂ ਪੀਐਮ ਸਾਹਿਬ ਕਰ ਚੁੱਕੇ ਨੇ। ਜੇ ਮੋਦੀ ਸਾਹਿਬ ਨੇ ਕੁਛ ਨਾ ਕੁਛ ਹੱਲ ਕੱਢਣਾ ਹੁੰਦਾ ਤੇ ਉਹ ਕੱਢ ਕੇ ਪਹਿਲੀ ਮੀਟਿੰਗ 'ਚ ਹੀ ਕਰਦੇ। ਜੇ ਉਹ ਕਿਸਾਨੀਆਂ ਦੇ ਹੱਕਾਂ ਦੇ ਵਿੱਚ ਬਹਿ ਸਕਦੇ, ਜਾਂ ਕਿਸਾਨੀ ਨੂੰ ਕੁਝ ਮੰਨਦੇ ਆ, ਜਾਂ ਕਿਸਾਨ ਨੂੰ ਕੁਝ ਸਮਝਦੇ ਨੇ, ਤਾਂ ਉਹਨਾਂ ਨੇ ਕਰ ਦੇਣਾ ਚਾਹੀਦਾ ਸੀ ਪਹਿਲਾਂ। ਜੇ ਮੋਦੀ ਜੀ ਪਰਸਨਲ ਥੋੜਾ ਦਖਲਅੰਦਾਜ਼ੀ ਦੇਣ ਤਾਂ ਸ਼ਾਇਦ ਹੱਲ ਹੋ ਸਕਦਾ ਜੀ। ਸ਼ਾਇਦ ਕਿਉਂ? ਸ਼ਾਇਦ ਵਾਲੀ ਤੇ ਗੱਲ ਹੀ ਕੋਈ ਨਹੀਂ, 100% ਹੱਲ ਹੋਊਗਾ। ਜੇ ਉਹ ਲਾਗੂ ਕਰ ਸਕਦੇ ਨੇ ਤੇ ਹੱਲ ਰੱਦ ਕਰਨ 'ਚ ਤਾਂ ਉਹਨਾਂ ਨੂੰ ਕੋਈ ਮਿੰਟ ਨਹੀਂ ਲੱਗਦਾ। ਕਿਉਂਕਿ ਮੰਤਰੀਆਂ ਨਾਲ ਤਾਂ ਕਾਫੀ ਮੀਟਿੰਗਾਂ ਹੋ ਗਈਆਂ, ਪਰ ਉਹਦਾ ਸੋਲੂਸ਼ਨ ਤਾਂ ਕੋਈ ਨਿਕਲਿਆ ਨਹੀਂ। ਸੋ ਸੋਲਿਊਸ਼ਨ, ਮੈਂ ਉਹੀ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿ ਰਹੀ ਹਾਂ ਕਿ ਸੋਲਿਊਸ਼ਨ ਉਹਨਾਂ ਕੋਲ ਹੀ ਆ, ਉਹਨਾਂ ਨੇ ਕ੍ਰੀਏਟ ਕੀਤਾ, ਉਹਨਾਂ ਕੋਲ ਸੋਲਿਊਸ਼ਨ ਆ। ਔਰ ਮੈਂ ਫਿਰ ਇਹੀ ਗੱਲ ਕਹਾਂਗੀ ਕਿ ਵੀ ਇਹਨਾਂ ਨੂੰ ਇਸ ਚੀਜ਼ਾਂ ਨੂੰ, ਹੁਣ ਜਿਹੜੇ ਲੋਕੀ ਆਪਣੇ ਘਰ ਛੱਡ ਕੇ ਬੇਘਰ ਹੋਏ ਨੇ ਉੱਥੇ, ਖਾਸ ਕਰਕੇ ਬੀਬੀਆਂ ਜਿਹੜੀਆਂ ਵਿਚਾਰੀਆਂ ਆਪਣੇ ਬੱਚਿਆਂ ਸਮੇਤ ਉੱਥੇ ਪਹੁੰਚੀਆਂ ਨੇ, ਮੈਂ ਇੱਕ ਵਾਰ ਵੇਖ ਕੇ ਤੇ ਅੱਖਾਂ ਤੋਂ ਹੰਝੂ ਡਿੱਗਦੇ ਨੇ ਕਿ ਵੀ ਚੰਗੇ ਪੜੇ ਘਰਾਂ ਦੇ ਲੋਕੀ ਉੱਥੇ ਟੈਂਟ 'ਚ ਰਹਿ ਰਹੇ ਨੇ, ਸਿਰਫ ਤੇ ਸਿਰਫ ਆਪਣੇ ਹੱਕਾਂ ਵਾਸਤੇ। ਬਿਲਕੁਲ ਠੀਕ ਹੈ ਜੀ ਮੈਡਮ। ਚਲੋ ਥੋੜੀ ਜਿਹੀ ਅਸੀਂ ਅਲੱਗ ਗੱਲ ਕਰੀਏ, ਹਲਕੇ ਦੀ ਆ ਜੀ ਥੋੜੀ ਜੀ। ਹਲਕੇ 'ਚ ਵੀ ਤੁਹਾਡੀ ਲੋਕਪ੍ਰਿਯਤਾ ਲਗਾਤਾਰ ਜਿਹੜੀ ਵੱਧ ਰਹੀ ਹੈ ਜੀ, ਇਹਦੇ ਵੀ ਥੋੜ੍ਹਾ ਬਹੁਤ ਚਾਨਣਾ ਪਾ ਦਿਓਗੇ? ਨਹੀਂ, ਇਹ ਤਾਂ ਚਲੋ ਇੱਕ ਆਪਣੀ ਹਰ ਇੱਕ ਬੰਦਾ ਆਪਣੇ ਆਪਣੇ ਸਿਸਟਮ ਨਾਲ ਚੱਲਦਾ ਹੈ। ਜੇ ਆਪਾਂ ਕਿਸੇ ਨੂੰ ਵਧੀਆ ਤਰੀਕੇ ਨਾਲ ਮਿਲਦੇ ਗਿਲਦੇ ਹਾਂ ਤਾਂ ਮੈਂ ਚਾਹੁੰਦੀ ਹਾਂ ਕਿ ਉਹੀ ਸਾਨੂੰ ਵਾਪਸ ਮਿਲਦਾ। ਇਹ ਜੇ ਲੋਕਪ੍ਰਿਯ, ਜੇ ਲੋਕੀ ਜੇ ਪਸੰਦ ਕਰ ਰਹੇ ਨੇ, ਤਾਂ ਪਰਮਾਤਮਾ ਕਰੇ ਕਿ ਬਾਬਾ ਸ਼੍ਰੀ ਚੰਦ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਨੂੰ, ਅਤੇ ਇੱਦਾਂ ਹੀ ਜਿਹੜਾ ਹੈਗਾ ਉਹ ਪ੍ਰੇਮ ਪਿਆਰ ਬਣਿਆ ਰਹੇ। ਬਿਲਕੁਲ ਜੀ, ਧੰਨਵਾਦ ਮੈਡਮ। ਬਹੁਤ ਬਹੁਤ ਧੰਨਵਾਦ। ਦੇਖੋ ਜੀ, ਬੜਾ ਵੱਡਾ ਯੋਗਦਾਨ ਹੈ। ਮੈਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਵਿੱਚ ਬੜੀ ਛੋਟੀ ਦੇਣ ਦੀ ਗੱਲ ਨਹੀਂ ਹੈ ਜੀ, ਕਿਉਂਕਿ ਹਰੇਕ ਵਰਗ ਦਾ ਵੈਸੇ ਬਣਦਾ ਵਾ, ਪਰ ਜਿੰਨਾ ਕੁ ਮੈਡਮ ਉਹਨਾਂ ਨੇ ਯੋਗਦਾਨ ਦਿੱਤਾ ਵਾ ਜੀ, ਅਲੱਗ ਹੀ ਗੱਲ ਆ। ਜੰਤਰ ਮੰਤਰ ਤੇ ਲਗਾਤਾਰ ਧਰਨੇ ਵਿੱਚ ਸ਼ਾਮਿਲ ਹੋ ਰਹੇ ਨੇ, ਔਰ ਇੱਥੋਂ ਵੀ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਆਪਣਾ ਯੋਗਦਾਨ ਜਾ ਕੇ ਧਰਨੇ 'ਚ ਪਾ ਰਹੇ ਨੇ ਜੀ।